ਅੱਜ ਪੂਰਾ ਦਿਨ ਤਸਵੀਰਾਂ ਦੇਖੀਆਂ ਔਰ ਬਹੁਤ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਤੇ ਬਹੁਤ ਖੁਸ਼ੀ ਵਾਲੀਆਂ ਵੀ ਤਸਵੀਰਾਂ। ਸਾਡੇ ਆਪਣਿਆਂ ਦੇ ਅੱਖਾਂ ਦੇ ਵਿੱਚ ਹੰਝੂ ਪਰ ਚਿਹਰਿਆਂ ਦੇ ਉੱਤੇ ਖੁਸ਼ੀ ਤੇ ਜਲਾਅ। ਪੂਰੇ 1 ਸਾਲ ਦਾ ਸਬਰ, ਭਾਵੇਂ ਕਿ ਸਾਡੇ ਘਰਾਂ ਦੇ ਵਿੱਚ 732 ਘਰਾਂ ਦੇ ਵਿੱਚ 70 ਵਿਛਿਆ, ਬਹੁਤ ਸਾਰੇ ਸਾਡੇ ਨਾਲ ਆਪਣੇ ਘਰਾਂ ਦੇ ਵਿੱਚ ਵਾਪਸ ਨਹੀਂ ਜਾਣਗੇ। ਖੁਸ਼ੀ ਦੀ ਖਬਰ ਜਾਊਗੀ ਪਰ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਆਪਣੇ ਨਹੀਂ ਜਾਣਗੇ, ਚਾਹੇ ਉਹ ਬਜ਼ੁਰਗ ਮਾਵਾਂ ਜਿਨ੍ਹਾਂ ਨੇ ਸ਼ਹਾਦਤ ਦਿੱਤੀ, ਚਾਹੇ ਬੱਚੇ ਜਾਂ ਫਿਰ ਨੌਜਵਾਨ। ਪਿਆਰ ਪਾਇਆ ਦਿੱਲੀ ਦੇ ਲੋਕਾਂ ਦੇ ਨਾਲ, ਸਾਂਝਾਂ ਪਾਈਆਂ, ਉਹਨਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ। ਬਾਵਜੂਦ ਇਸ ਦੇ ਕਿ ਪਹਿਲਾਂ ਸਰਕਾਰ ਨੇ ਇਹ ਗੱਲ ਵੀ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕ ਬੜੇ ਤੰਗ ਆ ਜੀ, ਜਿਹੜੇ ਰਹਿ ਰਹੇ ਆ ਉਹਨਾਂ ਨੂੰ ਬੜੀ ਤੰਗੀ ਹੋ ਰਹੀ ਆ ਕਿ ਕਿਸਾਨ ਬੈਠ ਕਿਉਂ ਗਏ ਆ। ਜਦੋਂ ਮੈਂ ਆਈ ਹਾਂ ਮੈਂ ਦੇਖਿਆ ਤੁਸੀਂ ਰੋ ਰਹੇ ਸੀ, ਹਰ ਗੱਲ ਤੇ ਰੋ ਰਹੇ ਆ, ਫੋਨ ਆ ਰਿਹਾ ਰੋ ਰਹੇ ਆ। ਵੀਰੇ ਹੁਣਾਂ ਨੂੰ ਮਤਲਬ ਮਿਲ ਕੇ ਬਾਰ-ਬਾਰ ਕਦੀ ਕੁਝ ਝਾੜਦੇ ਆ, ਕਦੀ ਕੁਝ, ਇੰਨਾ ਆਪਣਾਪਨ, ਇੰਨਾ ਪਿਆਰ। ਜਦ ਕਿ ਸਰਕਾਰ ਤਾਂ ਇਹ ਕਹਿੰਦੀ ਸੀ ਦਿੱਲੀ ਦੇ ਲੋਕ ਹੀ ਬੜੇ ਔਖੇ ਤੇ ਲੋਕ ਬੜੇ ਖਤਰਨਾਕ ਆ। पर्सपेक्शंस ज़्यादा बना रखी हैं इस चीज़ को लेकर के कि लोग बुरे हैं, ऐसा कुछ नहीं है, सब अच्छा ही होता है। अगर अच्छा सोचोगे तो अच्छा ही मिलेगा। लोग ना अपने आप कनेक्शन बना सकते हैं, वो गवर्नमेंट पर रिलाई नहीं कर सकते, सोशल मीडिया पर रिलाई नहीं कर सकते, वो रियलिटी पर रिलाई कर सकते हैं। इतिहास हुआ है और इतिहास का हम छोटा सा हिस्सा हम भी बने हैं, तो उसकी भी बहुत खुशी है। और जब अपोजिशन वालों ने इसका अपोज किया इसको, उसके बावजूद भी इन्होंने शोर शराबा करके ये कानून बनाए हैं, तो स्वाभाविक है इनको वापसी तो लेना ही था और वो हुआ भी। और शायद वो इतिहास उनको पता नहीं था कि हमने पंगा किन से लिया है, तो आज वो साबित भी हो गया। एक परिवार, बिल्कुल बहुत बड़े रिश्ते बने हैं। शायद हमारे जो अपने रिश्ते थे उनसे भी बढ़ के ये रिश्ते बने हैं, तो ये तो बहुत याद आएंगे हमारे को। और हम साथ जाएंगे इन लोगों के रैली में, तो साथ जाएंगे, 1 सप्ताह तो और इनके साथ निकालेंगे। एक गल जरूर ये निखर के आई है भी साडे जिहड़े किरदार जिन्हां करके सानू सरदारां नूं एग्जाम्पल दित्ती जांदी सी, शायद वो साडे किरदार असीं सफल रहे हैं वो रखण च। ਤੇ ਸਾਡੇ ਤੇ ਸਾਡਾ ਚਿਹਰਾ ਮੂਹਰਾ ਦੇਖ ਕੇ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਸਾਡੇ ਤੇ ਇੰਨਾ ਵਿਸ਼ਵਾਸ ਕੀਤਾ ਜਾਂਦਾ, ਇਹ ਸ਼ਾਇਦ ਕਿਸੇ ਕੋ ਹੋਰ ਕੌਮ ਦੇ ਹਿੱਸੇ ਨਹੀਂ ਆਇਆ। ਇੱਥੇ ਕੁੜੀਆਂ ਇਕੱਲੀਆਂ ਵੀ ਰਹਿ ਰਹੀਆਂ ਨੇ, ਸੋ ਬੜਾ ਇਹ ਇੱਕ ਵਿਸ਼ੇਸ਼ ਤਰ੍ਹਾਂ ਦਾ ਅੰਦੋਲਨ ਹੋ ਗਿਆ। ਵੀ ਜਿੱਥੇ ਜਿਹੜੀ ਦਿੱਲੀ 'ਚ ਕੋਈ ਉੱਥੋਂ ਦੀਆਂ ਕੁੜੀਆਂ ਸੇਫ ਨਹੀਂ ਸੀਗੀਆਂ, ਇੱਥੋਂ ਬਾਹਰੋਂ ਆ ਕੇ ਲੋਕ ਸੇਫ ਹੋ ਗਏ। ਸ਼ਾਇਦ ਸਾਨੂੰ ਬਾਹਰਲੇ ਇੱਧਰਲੇ ਦੱਸਦੇ ਆ ਨਾੜ ਦੇ ਵੀ ਤੁਹਾਡੇ ਆਉਣ ਕਰਕੇ ਇੱਕ ਤਾਂ ਕ੍ਰਾਈਮ ਵੀ ਘਟ ਗਿਆ, ਇੱਥੇ ਰੇਪ ਹੁੰਦੇ ਸੀ ਉਹ ਵੀ ਬਹੁਤ ਵੀ ਮਤਲਬ ਬੰਦ ਹੀ ਹੋ ਗਏ ਇੱਕ ਤਰ੍ਹਾਂ ਦੇ। ਕੁੜੀ ਦੇ ਹੰਝੂ ਜਿਹੜੇ ਆ, ਇਹ ਲੱਗਦਾ ਨਹੀਂ ਆ ਕਿ ਇੱਕ ਵੱਡਾ ਸਵਾਲ ਖੜਾ ਕਰ ਰਹੇ ਆ ਕਿ ਸਾਡੀ ਗਵਰਨਮੈਂਟ ਨੇ ਬਜਾਏ ਕਿ ਦੂਜੇ ਦੇਸ਼ ਨਾਲ ਪਿਆਰ ਵਧਾਉਂਦੇ, ਸਾਡੀਆਂ ਆਪਣੀਆਂ ਸਟੇਟਾਂ ਦੇ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਆ। ਅੱਜ ਲੱਗਦਾ ਕਿ ਇਸ ਕੁੜੀ ਦੇ ਹੰਝੂ ਬਹੁਤ ਤਕੜੀ ਚਪੇੜ ਆ ਗਵਰਨਮੈਂਟ ਦੇ ਮੂੰਹ ਦੇ ਉੱਤੇ, ਜਾਂ ਫਿਰ ਉਹਨੇ ਇੱਕ ਵੱਡਾ ਸਵਾਲ ਖੜਾ ਕਰ ਰਹੇ। ਇਹ ਤਾਂ ਜੀ ਹੰਝੂ ਤੰਗ ਕਰਦੇ ਹੋਣੇ ਸਿਆਸਤਦਾਨਾਂ ਨੂੰ, ਕਿਉਂਕਿ ਗੱਲ ਇੱਦਾਂ ਵੀ ਸਾਨੂੰ ਬਿਲਕੁਲ ਵੀ ਨਹੀਂ, ਕਿਉਂਕਿ ਪਹਿਲਾਂ ਹੀ 1966 'ਚ ਜਦੋਂ ਪੰਜਾਬ ਵੰਡਿਆ, ਹਰਿਆਣਾ ਬਣਾਤਾ, ਹਿਮਾਚਲ ਬਣਾਤਾ, ਉਦੋਂ ਬਾਅਦ ਸਾਨੂੰ ਜਿੱਦਾਂ ਲੜਾਉਣ ਵਾਸਤੇ ਚੰਡੀਗੜ੍ਹ ਬਣਾਤਾ, ਉਸ ਤੋਂ ਬਾਅਦ ਸਾਡਾ ਪਾਣੀਆਂ ਦਾ ਮੁੱਦਾ ਉਠਾਤਾ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ।
ਅੱਜ ਪੂਰਾ ਦਿਨ ਤਸਵੀਰਾਂ ਦੇਖੀਆਂ ਔਰ ਬਹੁਤ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਤੇ ਬਹੁਤ ਖੁਸ਼ੀ ਵਾਲੀਆਂ ਵੀ ਤਸਵੀਰਾਂ। ਸਾਡੇ ਆਪਣਿਆਂ ਦੇ ਅੱਖਾਂ ਦੇ ਵਿੱਚ ਹੰਝੂ ਪਰ ਚਿਹਰਿਆਂ ਦੇ ਉੱਤੇ ਖੁਸ਼ੀ ਤੇ ਜਲਾਅ। ਪੂਰੇ 1 ਸਾਲ ਦਾ ਸਬਰ, ਭਾਵੇਂ ਕਿ ਸਾਡੇ ਘਰਾਂ ਦੇ ਵਿੱਚ 732 ਘਰਾਂ ਦੇ ਵਿੱਚ 70 ਵਿਛਿਆ, ਬਹੁਤ ਸਾਰੇ ਸਾਡੇ ਨਾਲ ਆਪਣੇ ਘਰਾਂ ਦੇ ਵਿੱਚ ਵਾਪਸ ਨਹੀਂ ਜਾਣਗੇ। ਖੁਸ਼ੀ ਦੀ ਖਬਰ ਜਾਊਗੀ ਪਰ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਆਪਣੇ ਨਹੀਂ ਜਾਣਗੇ, ਚਾਹੇ ਉਹ ਬਜ਼ੁਰਗ ਮਾਵਾਂ ਜਿਨ੍ਹਾਂ ਨੇ ਸ਼ਹਾਦਤ ਦਿੱਤੀ, ਚਾਹੇ ਬੱਚੇ ਜਾਂ ਫਿਰ ਨੌਜਵਾਨ। ਇਹਨਾਂ ਸਾਰੀਆਂ ਚੀਜ਼ਾਂ ਦੇ ਦਰਮਿਆਨ ਅੱਜ ਦੀ ਰਾਤ ਕੁਝ ਖਾਸ ਇਸ ਲਈ ਆ ਕਿਉਂਕਿ ਦਿੱਲੀ ਦੀਆਂ ਸੜਕਾਂ ਜਿਹਦੇ ਉੱਤੇ ਆਪਣੇ ਘਰ ਵਸਾ ਕੇ ਕਿਸਾਨ ਬੈਠ ਗਏ ਸੀ ਤੇ ਬੜਾ ਕੁਝ ਚੱਲਿਆ। ਨਿਮਰਤਾ ਨਾਲ ਬੈਠੇ ਹੋਏ ਆਪਣੇ ਆਸ-ਪਾਸ ਦੇ ਲੋਕਾਂ ਦਾ ਢਿੱਡ ਭਰਦੇ ਰਹੇ, ਪਿਆਰ ਪਾਇਆ ਦਿੱਲੀ ਦੇ ਲੋਕਾਂ ਦੇ ਨਾਲ, ਸਾਂਝਾਂ ਪਾਈਆਂ, ਉਹਨਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ। ਬਾਵਜੂਦ ਇਸ ਦੇ ਕਿ ਪਹਿਲਾਂ ਸਰਕਾਰ ਨੇ ਇਹ ਗੱਲ ਵੀ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਲੋਕ ਬੜੇ ਤੰਗ ਆ ਜੀ, ਜਿਹੜੇ ਰਹਿ ਰਹੇ ਆ ਉਹਨਾਂ ਨੂੰ ਬੜੀ ਤੰਗੀ ਹੋ ਰਹੀ ਆ ਕਿ ਕਿਸਾਨ ਬੈਠ ਕਿਉਂ ਗਏ ਆ, ਸਾਡੇ ਘਰਾਂ ਦਾ ਰੋਟੀ ਪਾਣੀ ਨਹੀਂ ਚੱਲੂਗਾ। ਪਰ ਥੋੜੀ ਦੇਰ ਬਾਅਦ ਇਦਾਂ ਦੀਆਂ ਤਸਵੀਰਾਂ, ਇਦਾਂ ਦੀਆਂ ਵੀਡੀਓ ਸਾਹਮਣੇ ਆ ਗਈਆਂ ਜਿਹਦੇ ਵਿੱਚ ਇਹਨਾਂ ਲੋਕਾਂ ਨੇ ਕਿਹਾ ਕਿ ਨਹੀਂ, ਸਾਡੀਆਂ ਬਾਹਾਂ ਖੁੱਲੀਆਂ, ਦਿਲ ਖੁੱਲੇ ਆ ਇਹਨਾਂ ਲੋਕਾਂ ਦੇ ਲਈ ਔਰ ਇਹ ਲੋਕ ਬੜੇ ਚੰਗੇ ਆ, ਸਾਨੂੰ ਇਹਨਾਂ ਦੇ ਇੱਥੇ ਬੈਠਿਆਂ ਨਾ ਕੋਈ ਤਕਲੀਫ ਆ ਤੇ ਨਾ ਕੋਈ ਖਤਰਾ ਮਹਿਸੂਸ ਹੁੰਦਾ। ਇਹਨਾਂ ਸਾਰੀਆਂ ਚੀਜ਼ਾਂ ਦੇ ਦਰਮਿਆਨ ਬਹੁਤ ਸੋਹਣੇ ਰਿਸ਼ਤੇ ਬਣੇ। ਔਨ ਏਅਰ ਦੇ ਜ਼ਰੀਏ ਤੁਸੀਂ ਦੇਖਿਆ ਕਿ ਕਿਵੇਂ ਦਿੱਲੀ ਦੀਆਂ ਔਰਤਾਂ, ਮਾਵਾਂ, ਬੇਟੀਆਂ ਆ ਕੇ ਲੰਗਰਾਂ ਦੇ ਵਿੱਚ ਸੇਵਾ ਕਰਦੀਆਂ ਰਹੀਆਂ ਤੇ ਬੜੇ ਗੂੜੇ ਰਿਸ਼ਤੇ ਬਣੇ। ਅੱਜ ਮੈਂ ਜਿੱਥੇ ਖੜੀ ਹੋਈ ਹਾਂ, ਇੱਕ ਕੁੜੀ ਦੇ ਨਾਲ ਖੜੀ ਹੋਈ ਹਾਂ। ਜੋ ਤੁਸੀਂ ਉਹਦੀ ਤਸਵੀਰ ਦੇਖੋਗੇ ਤੁਹਾਨੂੰ ਕੁਝ ਚਿਹਰਾ ਪਹਿਚਾਣਿਆ ਲੱਗੂਗਾ ਔਰ ਲੱਗੂਗਾ ਕਿ ਇਹ ਲਾਡੋ ਬੇਸਿਕਲੀ ਸਮਰਿੱਧੀ ਆ। ਸੋ ਸਮਰਿੱਧੀ ਦੇ ਨਾਲ ਗੱਲ ਕਰਦੇ ਆ। ਥੋੜੀ ਦੇਰ ਪਹਿਲਾਂ ਮੈਂ ਘੁੰਮਦੇ ਹੋਏ ਇੱਥੇ ਆਈ ਤੇ ਉਹ ਕੁੜੀ ਬਹੁਤ ਭਾਵੁਕ ਹੋਈ ਸੀ। ਬਹੁਤ ਸਾਰੀਆਂ ਸਾਂਝਾਂ ਸਾਡੇ ਵੀਰਿਆਂ ਨਾਲ ਪਈਆਂ ਹੋਈਆਂ, ਬੜੇ ਸੋਹਣੇ ਰਿਸ਼ਤੇ ਬਣੇ ਹੋਏ ਆ ਤੇ ਉਹਨੂੰ ਫਿਕਰ ਲੱਗੀ ਪਈ ਆ ਕਿ ਚਲੇ ਜਾਣਗੇ, ਮਿਲਣ ਕਿਹਨੂੰ ਆਵਾਂਗੇ। ਸਿੱਧੇ ਗੱਲ ਕਰਦੇ ਆ ਤੇ ਜਾਣਦੇ ਉਹਦੇ ਦਿਲ ਦੇ ਜਜ਼ਬਾਤ ਤੇ ਨਾਲ ਦੀ ਨਾਲ ਸਾਡੇ ਪੰਜਾਬ ਵਾਲੇ ਵੀਰੇ ਜਿਹੜੇ ਇਹਦਾ ਪਰਿਵਾਰ ਬਣ ਚੁੱਕੇ ਆ, ਜਿਨ੍ਹਾਂ ਤੋਂ ਵਿਛੜਨ ਦੀ ਤਕਲੀਫ ਇਹਨੂੰ ਕੁਝ ਜ਼ਿਆਦਾ ਰੜਕ ਰਹੀ ਆ। ਸਮਰਿੱਧੀ ਬਹੁਤ ਬਹੁਤ ਸਵਾਗਤ। थैंक यू। ਜਦੋਂ ਮੈਂ ਆਈ ਹਾਂ ਮੈਂ ਦੇਖਿਆ ਤੁਸੀਂ ਰੋ ਰਹੇ ਸੀ, ਹਰ ਗੱਲ ਤੇ ਰੋ ਰਹੇ ਆ, ਫੋਨ ਆ ਰਿਹਾ ਰੋ ਰਹੇ ਆ। ਵੀਰੇ ਹੁਣਾਂ ਨੂੰ ਮਤਲਬ ਮਿਲ ਕੇ ਬਾਰ-ਬਾਰ ਕਦੀ ਕੁਝ ਝਾੜਦੇ ਆ, ਕਦੀ ਕੁਝ, ਇੰਨਾ ਆਪਣਾਪਨ, ਇੰਨਾ ਪਿਆਰ। ਜਦ ਕਿ ਸਰਕਾਰ ਤਾਂ ਇਹ ਕਹਿੰਦੀ ਸੀ ਦਿੱਲੀ ਦੇ ਲੋਕ ਹੀ ਬੜੇ ਔਖੇ ਤੇ ਲੋਕ ਬੜੇ ਖਤਰਨਾਕ ਆ। ऐसा तो कुछ नहीं है, मतलब परस्पेक्शंस ज़्यादा बना रखी हैं इस चीज़ को लेकर के कि लोग बुरे हैं। ऐसा कुछ नहीं है, सब अच्छा ही होता है। अगर अच्छा सोचोगे तो अच्छा ही मिलेगा। अब कितने समय की आपके इनके साथ जो दोस्ती बनी हुई है, कब से आ रही हो बॉर्डर पे? 26 जनवरी को फर्स्ट टाइम आए थे, बट इन लोगों से पहले नहीं मिले थे हम। मार्च में मिले थे हम लोग इनसे फर्स्ट टाइम। सो उस दिन के बाद से बस स्टार्ट हो गया सिलसिला। अभी तकलीफ हो रही है, मैंने देखा कि आप अभी भी कंट्रोल कर रहे हो। क्या लगता है कि ये क्यों चीज़ें होती हैं? पहले अगर आपको अभी तो बहुत कुछ पता चल गया होगा, भारत पाकिस्तान बोल रही है सरकार दुश्मन है और पंजाब स्टेट्स आपस में बोल रही है कि दुश्मन है, फिर क्यों मतलब यहाँ पे आके क्या फील हुआ कि अब आपको इनसे बिछड़ना मुश्किल लग रहा है? क्या लगता है कि सरकार को जैसा भारत देना चाहिए था वैसा दे पाई सरकार हमें? पॉलिटिकल बात तो मैं बोल नहीं पाऊँगी क्योंकि उस चीज़ को कोई समझ नहीं सकता, वो बहुत डीप है। बट जो चीज़ होती है ना कि लोग ना अपने आप कनेक्शन बना सकते हैं, वो गवर्नमेंट पर रिलाई नहीं कर सकते, सोशल मीडिया पर रिलाई नहीं कर सकते, वो रियलिटी पर रिलाई कर सकते हैं। तो अगर मान के चलो स्टेट्स अलग अलग हैं, लोग अगर आपस में मिलेंगे, यूनिटी जैसे यहाँ पे दिखाई है, हरियाणा पंजाब ने यूनिटी दिखाई है, हमेशा कहती थे एंटी चलते हैं एक दूसरे के, तो वो यूनिटी यहाँ दिखने को मिली है, वो लोगों से ही मिली है, कोई गवर्नमेंट से नहीं मिली। तो वही चीज़ है, बस भाईचारा दिखा दिया, वो रियलिटी में इसलिए। मैं पीछे कवर करते हुए आई हूँ, मैंने देखा कि ये जो यहाँ के लोग हैं या इवन कि हमारे पंजाब और हरियाणा के मतलब नाच कूद भी रहे हैं, बहुत खुशी है पर आंखों में आंसू हैं उनके। उनको ये लग रहा है कि यहाँ से जाना तो था क्योंकि पीछे अपने घर उन्होंने सूने छोड़े हुए हैं। तो अब इन चीज़ों से कैसे रिलेट कर पाते हो कि लगता है कि अभी जैसे हरियाणा और पंजाब वालों का सफ़र आपस में शुरू हो जाएगा, शादियों में बुलाएंगे, आप लोगों को भी कहीं ना कहीं लगता होगा कि हम अब पंजाब के साथ पक्का वाला कनेक्शन रखना होगा? रखना ही पड़ना है क्योंकि दिल से बोला है कि दिल से रिश्ते हैं तो ऑब्वियसली रखना ही है। मैं तो लाइफ लॉन्ग रिश्ते निभाऊंगी, ये मेरी तरफ से ना एक स्टेटमेंट जो कहते हैं ना कि पक्की वाली स्टेटमेंट जो है वो ये है कि मैं तो दिल से रिश्ते, जो मैंने बोल दिए कि ये रिश्ते हैं मेरे, मैं लाइफ लॉन्ग निभाऊंगी उनको। क्या क्या खास अच्छा लगा पंजाब? खास अच्छा बहुत प्यारे हैं ये लोग, ना हर्ट नहीं करते, ना हर्ट होने देते हैं, ऑब्वियसली बहुत प्यार करते हैं, तो सबसे खास बात है ये उनकी। ओके, मैं एक मुश्किल सवाल पूछूं? फॉर श्योर। ये जो 3 बंदे खड़े हैं इनमें से सबसे ज्यादा फेवरेट कौन सा वाला? ये इन तीनों में से? तीनों मेरे फेवरेट है। तीनों फेवरेट? तीनों फेवरेट है, मैं एक को यूँ नहीं कह सकती, मैं इक्वल रख रही हूँ। इन तीनों में से रोया कौन है? अभी आप किसको देख रहे हैं कि बहुत ज्यादा कंट्रोल कर रहा है? रो कौन रहा है इनमें से?
दे बोथ आर कंट्रोलिंग वेरी मच, मतलब उन लोग, हाँ लास्ट के दो इतना कंट्रोल कर रखा है ना इन लोगों ने इमोशंस को, क्योंकि ये हर कोई इमोशनल होता है क्योंकि यहाँ पे उन्होंने टाइम दिया है बहुत ज़्यादा, बट उनके इमोशंस ना ऑब्वियसली चेहरों पे दिख रहे हैं। तो ये जतिंदर ये रोल लिया एक बार आपके साथ? नहीं बेसिकली तीनों ही इन्होंने इमोशंस छुपा रखे हैं, ये अगर हर्ट भी है ना तो ये बता नहीं रहे हैं, ही इज़ नॉट शोइंग एनीथिंग, बट एक होता है ना ऑब्वियसली जब इतना टाइम यहाँ पे दिया है, इतने रिश्ते बना लिए, तो ऑब्वियसली उनको भी हर्ट हो रहा है, बट वो शो नहीं कर रहे हैं। बाकी मैं तो मैं तो पूरा है कि मैं शो कर देती हूँ, मेरा हो जाता है, मतलब कंट्रोल नहीं कर पाती मैं समृद्धि, आपको जैसे ही मैंने आके देखा है तो अभी ना वो गाना है ना कि इतना जो मुस्कुरा रहे हो, क्या बात है जो छुपा रहे हो, तो वो कुछ चल रहा है, आप भी कोशिश कर रहे हो पूरी की पूरी। मुझे नहीं पता कि अभी इन चीज़ों का क्योंकि मैं खुद बहुत आज कल से जब ये लग रहा था ऐलान होगा तो यहाँ पे रिश्ते बन गए लोगों के साथ। मैं एक चीज़ जानना चाहती हूँ, जब आए थे तो ये प्रचार हुआ था कि ये लोग बहुत ख़तरनाक है, आतंकवादी हैं, इनसे लड़कियों को ख़तरा हो सकता है। तो मैंने बार बार सड़कों पे बैठे हुए ये लोगों से सवाल पूछा था, स्पेशली जो औरतें आपके जैसी बहुत सी औरतें और बच्चियाँ यहाँ पे आके लंगर में सेवा कर रही थी, तो मैंने उनसे पूछा था कि ये वही दिल्ली है जिसकी भरी हुई सड़कों पर बस में एक लड़की के साथ बुरे तरीके से रेप होता है, उसे मरने के लिए फेंक दिया जाता है। इन पूरे एक साल में क्या पहले आपकी मन में इन लोगों की क्या छवि थी, उसके बाद में क्या डिफरेंट आपको लगा? मेरे लिए स्टार्टिंग से सेम थी और अभी भी सेम ही है। मैंने जैसे काफ़ी फ्रेंड्स को बोला था जो कि टिपिकल हिंदू है, सो उनको मैंने बोला था एटलीस्ट दे शुड कम एंड विजिट हेयर वंस, एटलीस्ट वंस, तो उन लोगों को पता लगेगा। बहुत सारे ना एक होता है अपने माइंड में बहुत सारी व्यूज़ बना लेते अपने आप ही, तो सोशल मीडिया पे कितना ही स्प्रेड कर लो उस चीज़ को, जब तक आप रियलिटी में नहीं जाओगे तब तक आपको पता नहीं लगेगा। तो मैं तो रियलिटी में जीने में बिलीव करती हूँ, तो आई केम हियर। समृद्धि के पापा हैं और मम्मी भी यहाँ पे हैं, उनसे बात करती हूँ। बहुत अजीब सी सिचुएशन में खड़े हैं। मेरे को पहली बार ये समझ नहीं आ रहा कि सवाल क्या पूछूं, क्योंकि आपकी बच्ची ने ऐसे रिश्ते यहाँ पे बना लिए कि अभी तो सारे के सारे पंजाबी एंड स्पेशली इसकी अगर मैं बीबीसी की वर्डिंग देखूं तो एक तीये वर्ड जो पंजाबी यूज़ करते हैं वो वाली, वो उन बातों पे भी मैं आती हूँ। आपको अंकल कैसा फील होता है, क्योंकि बच्ची की वजह से रिश्ते अब पनप गए हैं, तो अभी पक्की वाली सांझ? बहुत पक्की है, मतलब ऐसा नहीं है। और हरियाणा पंजाब भाईचारा तो पहले से ही बहुत है, मतलब जैसे पंजाब हरियाणा जो है पंजाब से ही निकला है 66 में, तो भाईचारा तो था ही। कहीं थोड़ी वो तो दूरियां एक बार हो ही जाती हैं, लेकिन समय होता है जब परेशानी का या कोई इस तरह का दौर आता है तो एक का तो बनता ही है, और वो हमने दिखाया है यहाँ पर सभी ने। तो खुशी तो है उस चीज़ की, इतिहास हुआ है और इतिहास का हम छोटा सा हिस्सा हम भी बने हैं, तो उसकी भी बहुत खुशी है। तो ये भी मुझे जानना है कि अभी ये लोग जा रहे हैं, क्या लगता था एक होता था ना कि ये जो भी कानून बना दिए गवर्नमेंट ने बहुत कुछ, चाहे वो जीएसटी लागू करना हो, चाहे वो नोटबंदी करना हो, क्या लगता है कि वाकई में हमारी गवर्नमेंट लोकतांत्रिक ना हो के तानाशाही पे चलने लग गई थी, अब इन लोगों ने विराम लगाया उस चीज़ पे? हाँ बिल्कुल चल रही है, इसमें तो कोई शक ही नहीं है। और क्योंकि जब कृषि कानून भी बने संसद के अंदर, ना तो कोई एक्सपर्ट से किसी से पूछा गया जो कृषि के बारे में इसके बारे में जानता है, किसी एक्सपर्ट से नहीं पूछा गया। और जब अपोजिशन वालों ने इसका अपोज किया इसको, उसके बावजूद भी इन्होंने शोर शराबा करके ये कानून बनाए हैं, तो स्वाभाविक है इनको वापसी तो लेना ही था, और वो हुआ भी। और शायद वो इतिहास उनको पता नहीं था कि हमने पंगा किन से लिया है, तो आज वो साबित भी हो गया। जी, समृद्धि के मम्मी भी हैं, उनसे भी जानते हैं। अभी ये तो रूटीन बन गया था कि रोज़ 1-2 दिन के बाद अपने परिवार को मिलने जाना, जो इतना बड़ा परिवार पंजाब और हरियाणा से बैठा है। अब फाइनली परसों को ये लोग चले जाएंगे और जो सामान है वो समेट के 1 हफ्ते में निकल जाएंगे। अब क्या लगता है कि जीवन में क्या कुछ कम हो रहा है? एक परिवार, बिल्कुल बहुत बड़े रिश्ते बने हैं। शायद हमारे जो अपने रिश्ते थे उनसे भी बढ़ के ये रिश्ते बने हैं, तो ये तो बहुत याद आएंगे हमारे को। और हम साथ जाएंगे इन लोगों के रैली में, तो साथ जाएंगे 1 सप्ताह तो और इनके साथ निकालेंगे। उसके बाद क्या होगा, वहाँ से वापस कैसे आएंगे ये हमें नहीं पता। अच्छा, पंजाब वापस आप जाओगे इनके साथ दरबार साहब? हाँ जी, बिल्कुल जाएंगे। ओह वाह। तो ये है, अब
मैं समृद्धि फिर खड़ी हुई है और मैं पंजाबी में आती हूँ। पता नहीं हम लोग हिंदी पंजाबी कैसे बोलते हैं ना, पंजाबी लोग जोड़ जाड़ के इंग्लिश वाला काम है ना। तो मैं ਬਾਈ ਗੱਲ ਕਰਦੀ ਹਾਂ ਕਿ ਬੜੇ ਸੋਹਣੇ ਰਿਸ਼ਤੇ ਬਣ ਗਏ ਆ ਨਾ। ਅਸੀਂ ਸਾਰੇ ਸ਼ਾਇਦ ਪੰਜਾਬ 'ਚ ਰਹਿੰਦੇ ਹਾਂ, ਕਦੇ ਨਾ ਮਿਲਦੇ ਜਿਹੜਾ ਦਿੱਲੀ ਆ ਕੇ ਇੱਕ ਰਿਸ਼ਤਾ ਬਣ ਗਿਆ ਬਹੁਤ ਸੋਹਣਾ। ਔਰ ਇੱਥੇ ਆ ਕੇ ਇਸ ਕੁੜੀ ਦੇ ਨਾਲ ਰਿਸ਼ਤਾ ਬਣ ਜਾਣਾ ਬੜਾ, ਮੈਂ ਦੇਖਿਆ ਕਿ ਜਿਵੇਂ ਛੋਟੀਆਂ ਭੈਣਾਂ ਨਹੀਂ ਹੁੰਦੀਆਂ ਨਟਖਟ ਹੁੰਦੀਆਂ ਕਿ ਜਾਨ ਛਡਾਉਂਦੇ ਫਿਰਦੇ ਆ ਤੇ ਉਹ ਫਿਰ ਪੰਗੇ ਲੈਂਦੀ ਫਿਰਦੀ ਆ, ਇਹ ਸਾਰੀਆਂ ਚੀਜ਼ਾਂ ਨੂੰ ਬਹੁਤ ਮਿਸ ਕਰੋਗੇ। ਬਿਲਕੁਲ ਜੀ, ਅਸਲ 'ਚ ਇੱਕ ਤਰ੍ਹਾਂ ਦਾ ਪਰਿਵਾਰ ਵਾਂਗੂ ਨੇ। ਜਦੋਂ ਅਸੀਂ 96 ਸ਼ੁਰੂ ਕੀਤੀ ਸੀ ਉਦੋਂ ਭਾਈ ਸਾਹਿਬ ਤੇ ਇਹਨਾਂ ਦੀ ਫੈਮਿਲੀ ਸਾਰੀ ਆਉਂਦੀ ਸੀ। ਉਹਨੇ ਰੋਣਾ ਸ਼ੁਰੂ ਕਰ ਦਿੱਤਾ ਫਿਰ। ਕੋਈ ਤੇ ਫੈਮਿਲੀ ਆਉਂਦੀ ਸੀਗੀ, ਉਸ ਤੋਂ ਬਾਅਦ ਜੁੜੇ ਅਸੀਂ, ਫਿਰ ਲੰਗਰ 'ਚ ਸੇਵਾ ਕਰਦੇ ਰਹੇ, ਆ ਕੇ ਹੌਲੀ ਹੌਲੀ ਜੁੜਨਾ ਸ਼ੁਰੂ ਕਰਤਾ। ਸੋ ਬਿਲਕੁਲ ਇੱਕ ਰਿਸ਼ਤਾ ਜ਼ਰੂਰ ਬਣ ਗਿਆ ਸੀ। ਘਰੇ ਵੀ ਇਹਨਾਂ ਨੇ ਸੱਦਿਆ ਸਾਨੂੰ, ਅਸੀਂ ਘਰੇ ਵੀ ਜਾ ਕੇ ਆਏ ਹਾਂ 2-3 ਵਾਰ। ਵੀ ਇੱਕ ਗੱਲ ਜ਼ਰੂਰ ਇਹ ਨਿਖਰ ਕੇ ਆਈ ਹੈ ਵੀ ਸਾਡੇ ਜਿਹੜੇ ਕਿਰਦਾਰ ਜਿਨ੍ਹਾਂ ਕਰਕੇ ਸਾਨੂੰ ਸਰਦਾਰਾਂ ਨੂੰ ਐਗਜ਼ਾਮਪਲ ਦਿੱਤੀ ਜਾਂਦੀ ਸੀ, ਸ਼ਾਇਦ ਉਹ ਸਾਡੇ ਕਿਰਦਾਰ ਅਸੀਂ ਸਫਲ ਰਹੇ ਹਾਂ ਉਹ ਰੱਖਣ 'ਚ। ਤੇ ਸਾਡੇ ਤੇ ਸਾਡਾ ਚਿਹਰਾ ਮੂਹਰਾ ਦੇਖ ਕੇ ਪੰਜਾਬੀਆਂ ਦਾ ਜਾਂ ਸਿੱਖਾਂ ਦਾ ਸਾਡੇ ਤੇ ਇੰਨਾ ਵਿਸ਼ਵਾਸ ਕੀਤਾ ਜਾਂਦਾ, ਇਹ ਸ਼ਾਇਦ ਕਿਸੇ ਕੋ ਹੋਰ ਕੌਮ ਦੇ ਹਿੱਸੇ ਨਹੀਂ ਆਇਆ, ਇਹ ਸ਼ਾਇਦ ਸਾਡੇ ਹੀ ਹਿੱਸੇ ਆਇਆ। ਤੇ ਇਹ ਬਹੁਤ ਇੱਕ, ਕਿਉਂਕਿ ਖੂਨ ਦਾ ਹੀ ਰਿਸ਼ਤਾ ਹੀ ਸਾਰਾ ਕੁਝ ਨਹੀਂ ਹੁੰਦਾ। ਇੱਕ ਜਿਹੜਾ ਆਪਾਂ ਮਿਲ ਕੇ, ਜਿੱਦਾਂ ਹੁਣ ਅਸੀਂ ਰਹੇ ਹਾਂ ਇੱਥੇ ਅੰਦੋਲਨ 'ਚ ਵੀ ਰਹੇ ਹਾਂ, ਜਾਂ ਤੁਸੀਂ ਵੀ ਸ਼ੁਰੂ ਤੋਂ ਆਉਂਦੇ ਆ ਇੱਥੇ ਸਾਨੂੰ ਮਿਲੇ ਆ ਪਹਿਲਾਂ ਤੋਂ, ਜਾਂ ਕੋਈ ਵੀ ਪੱਤਰਕਾਰ ਭੈਣ ਵੀ ਹੈ, ਕੋਈ ਵੀ, ਜਾਂ ਅੰਦੋਲਨ 'ਚ ਕਿੰਨੀਆਂ ਵੀ ਜਿਹੜੀਆਂ ਬੀਬੀਆਂ ਆਈਆਂ ਨੇ ਇੱਥੇ, ਕੁੜੀਆਂ ਇਕੱਲੀਆਂ ਵੀ ਰਹਿ ਰਹੀਆਂ ਨੇ। ਸੋ ਬੜਾ ਇਹ ਇੱਕ ਵਿਸ਼ੇਸ਼ ਤਰ੍ਹਾਂ ਦਾ ਅੰਦੋਲਨ ਹੋ ਗਿਆ ਵੀ ਜਿੱਥੇ ਜਿਹੜੀ ਦਿੱਲੀ 'ਚ ਕੋਈ ਉੱਥੋਂ ਦੀਆਂ ਕੁੜੀਆਂ ਸੇਫ ਨਹੀਂ ਸੀਗੀਆਂ, ਇੱਥੋਂ ਬਾਹਰੋਂ ਆ ਕੇ ਲੋਕ ਸੇਫ ਹੋ ਗਏ। ਸ਼ਾਇਦ ਸਾਨੂੰ ਬਾਹਰਲੇ ਇੱਧਰਲੇ ਦੱਸਦੇ ਆ ਨਾੜ ਦੇ ਵੀ ਤੁਹਾਡੇ ਆਉਣ ਕਰਕੇ ਇੱਕ ਤਾਂ ਕ੍ਰਾਈਮ ਵੀ ਘਟ ਗਿਆ, ਇੱਥੇ ਰੇਪ ਹੁੰਦੇ ਸੀ ਉਹ ਵੀ ਬਹੁਤ, ਵੀ ਮਤਲਬ ਬੰਦ ਹੀ ਹੋ ਗਏ ਇੱਕ ਤਰ੍ਹਾਂ ਦੇ। ਇਹ ਲੋਕ ਕਹਿੰਦੇ ਆ ਵੀ ਤੁਸੀਂ ਤਾਂ ਇੱਥੋਂ ਜਾਓ ਹੀ ਨਾ। ਸੋ ਇਸ ਕੁੜੀ ਦੇ ਹੰਝੂ ਜਿਹੜੇ ਆ, ਇਹ ਲੱਗਦਾ ਨਹੀਂ ਆ ਕਿ ਇੱਕ ਵੱਡਾ ਸਵਾਲ ਖੜਾ ਕਰ ਰਹੇ ਆ ਕਿ ਸਾਡੀ ਗਵਰਨਮੈਂਟ ਨੇ ਬਜਾਏ ਕਿ ਦੂਜੇ ਦੇਸ਼ ਨਾਲ ਪਿਆਰ ਵਧਾਉਂਦੇ, ਸਾਡੀਆਂ ਆਪਣੀਆਂ ਸਟੇਟਾਂ ਦੇ ਵਿੱਚ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਆ। ਅੱਜ ਲੱਗਦਾ ਕਿ ਇਸ ਕੁੜੀ ਦੇ ਹੰਝੂ ਬਹੁਤ ਤਕੜੀ ਚਪੇੜ ਆ ਗਵਰਨਮੈਂਟ ਦੇ ਮੂੰਹ ਦੇ ਉੱਤੇ, ਜਾਂ ਫਿਰ ਉਹਨੇ ਇੱਕ ਵੱਡਾ ਸਵਾਲ ਖੜਾ ਕਰ ਰਹੀ ਹੈ। ਇਹ ਤਾਂ ਜੀ ਹੰਝੂ ਤੰਗ ਕਰਦੇ ਹੋਣੇ ਸਿਆਸਤਦਾਨਾਂ ਨੂੰ, ਕਿਉਂਕਿ ਗੱਲ ਇੱਦਾਂ ਵੀ ਸਾਨੂੰ ਬਿਲਕੁਲ ਵੀ ਨਹੀਂ, ਕਿਉਂਕਿ ਪਹਿਲਾਂ ਹੀ 1966 'ਚ ਜਦੋਂ ਪੰਜਾਬ ਵੰਡਿਆ, ਹਰਿਆਣਾ ਬਣਾਤਾ, ਹਿਮਾਚਲ ਬਣਾਤਾ, ਉਦੋਂ ਬਾਅਦ ਸਾਨੂੰ ਜਿੱਦਾਂ ਲੜਾਉਣ ਵਾਸਤੇ ਚੰਡੀਗੜ੍ਹ ਬਣਾਤਾ, ਉਸ ਤੋਂ ਬਾਅਦ ਸਾਡਾ ਪਾਣੀਆਂ ਦਾ ਮੁੱਦਾ ਉਠਾਤਾ ਵੀ ਇਹਨਾਂ ਦੇ ਨਫ਼ਰਤ ਹੀ ਕੀਤੀ ਜਾਵੇ ਇੱਕ ਦੂਜੇ ਨੂੰ। ਇਸੇ ਚੀਜ਼ ਦੀ ਤਾਂ ਪੋਲਿਟਿਕਸ। ਉਹ ਕਹਿੰਦੇ ਹਰਿਆਣੇ ਨੂੰ ਕਹਿੰਦੇ ਤੁਹਾਨੂੰ ਫ੍ਰੀ 'ਚ ਪਾਣੀ ਦਵਾ ਦਾਂਗੇ, ਪੰਜਾਬ ਤੋਂ ਖੋਈ ਜਾਂਦੇ ਆ ਹੱਕ ਪੰਜਾਬ ਦੇ। ਸੋ ਪਰ ਗੱਲ ਇੱਦਾਂ ਵੀ ਇੱਥੇ ਆ ਕੇ ਇਹਨਾਂ ਨੂੰ ਪਤਾ ਲੱਗਿਆ, ਹਾਲਾਂਕਿ ਇਹਨਾਂ ਦੇ ਥਰੂ ਬਹੁਤ ਜਣਿਆਂ ਨੂੰ ਪਤਾ ਲੱਗ ਗਿਆ ਵੀ ਅਸੀਂ ਉਹ ਨਹੀਂ ਹੈਗੇ ਜੋ ਅਸੀਂ ਵਿਚਾਰੇ ਜਾਂਦੇ ਹਾਂ ਆਪਸ 'ਚ, ਜਿਹੜੇ ਇੱਕ ਵੱਖਰੀ ਕੌਮ 'ਚ ਜਿਹੜੇ ਅਸੀਂ ਉਹਨਾਂ ਦੇ ਇੱਦਾਂ ਬਣੇ ਹੋਏ ਹਾਂ ਵੀ ਅਸੀਂ ਤਾਂ ਅੱਤਵਾਦੀ ਹਾਂ ਜੀ। ਅਸੀਂ ਜਿਹੜਾ ਅਸਲ ਰੂਪ ਸੀ ਸਾਡਾ, ਜਿਹੜਾ ਆਪਣਾ ਭਾਈ ਘਨੱਈਆ ਜੀ ਵਾਲਾ ਰੂਪ ਸੀਗਾ, ਉਹ ਵੀ ਸਾਡਾ ਇਸ ਅੰਦੋਲਨ ਨੇ ਬਹੁਤ ਮੂਹਰੇ ਆ ਕੇ ਦਿਖਾਇਆ ਸਾਨੂੰ। ਤਾਂ ਹਰ ਵਕਤ ਇੱਦਾਂ ਹੀ ਜੇ ਸਾਡਾ ਕੋਈ ਵੀਰ ਸ਼ਸਤਰਧਾਰੀ ਹੈ ਤੇ ਉਹਨੂੰ ਦਿਖਾ ਦਿੱਤਾ ਇਹਨਾਂ ਤੋਂ ਤਾਂ ਡਰੋ, ਇਹ ਤਾਂ ਪਤਾ ਨਹੀਂ ਕਦੋਂ ਕਿਰਪਾਨ ਕੱਢ ਲੈਣਗੇ। ਪਰ ਅਸੀਂ ਦੱਸਿਆ ਵੀ 1 ਸਾਲ ਦੇ ਸਮੇਂ ਦੇ ਦੌਰਾਨ ਅਸੀਂ ਸ਼ਾਂਤੀ ਨਾਲ ਵੀ ਬਹਿ ਕੇ ਲੜ ਸਕਦੇ ਹਾਂ ਤੇ ਇੱਕ ਪਰਿਵਾਰਾਂ ਵਾਂਗੂ ਸਾਂਝ ਵੀ ਰੱਖ ਸਕਦੇ ਹਾਂ, ਤੇ ਸਾਡਾ ਨਾਲ ਜੇ ਕੋਈ ਜੁੜਦਾ ਹੈ ਅਸੀਂ ਰਿਸ਼ਤੇ ਵੀ ਉਹਨਾਂ ਨਾਲ ਨਿਭਾ ਸਕਦੇ, ਤੇ ਅਸੀਂ ਉਹਨਾਂ ਦੀ ਰੱਖਿਆ ਵੀ ਕਰ ਸਕਦੇ, ਤੇ ਆਪ ਇੱਕ ਤਰ੍ਹਾਂ ਦਾ ਇਹੋ ਜਿਹਾ ਬੌਂਡ ਬਣਾ ਸਕਦੇ ਹਾਂ ਜਿਹੜਾ ਇੱਕ ਹਿਊਮੈਨਿਟੀ ਦਾ, ਜਿਹੜਾ ਸਾਡੇ ਬਾਬੇ ਨਾਨਕ ਨੇ ਦੱਸਿਆ ਸੀ ਵੀ ਮੈਂ ਸ਼ਾਇਦ ਕਈ ਵਾਰ ਭੁੱਲ ਜਾਂਦਾ, ਫਿਰ ਉਹਦੇ ਸਭੇ ਏਕੇ ਪਹਿਚਾਨ ਵੋ, ਠੀਕ ਹੈ, ਇਹ ਬਾਬੇ ਨਾਨਕ ਦਾ ਨਹੀਂ ਸੀ। ਵੀ ਬਾਬੇ ਨਾਨਕ ਦਾ ਇੱਕ ਉਦੇਸ਼ ਸੀਗਾ ਵੀ ਸਾਰੇ ਧਰਮ ਚਾਹੇ ਉਹ ਕੋਈ ਵੀ ਆ, ਕਿਉਂਕਿ ਬਾਬੇ ਨਾਨਕ ਨੂੰ ਪੀਰ ਮੰਨਿਆ ਜਾਂਦਾ ਹਰ ਧਰਮ, ਉਹ ਚੀਜ਼ ਨੂੰ ਅਸੀਂ ਅੱਗੇ ਲੈ ਕੇ ਜ਼ਰੂਰ ਚੱਲੇ ਆ। ਇਸੇ ਚੀਜ਼ ਦਾ ਇੱਕ ਸੁਮੇਲ ਹੈ ਵੀ ਤਾਂ ਕਰਕੇ ਸਾਡਾ ਇਹਨਾਂ ਪਰਿਵਾਰਾਂ ਨਾਲ ਇੰਨਾ। ਪਰ ਮੈਨੂੰ ਇੱਕ ਚੀਜ਼ ਮੈਂ ਜ਼ਰੂਰ ਕਹੂੰਗੀ, ਮੈਂ ਆਪ ਬੁੱਕਲ 'ਚ ਲੈ ਲੈਂਦੀ ਹਾਂ, ਉਹ ਸਮਰਿੱਧੀ ਬਿਲਕੁਲ ਸੱਚ ਕਹਿ ਰਹੀ ਸੀ ਵੀ ਇਹ ਲੋਕ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਇਹੀ ਵਜ੍ਹਾ ਕਿ ਉਹ ਆਪ ਨਾ ਰੋਣ ਲੱਗ ਜਾਣ, ਉਹਨੂੰ ਬੁੱਕਲ 'ਚ ਵੀ ਨਹੀਂ ਲਿਆਓ, ਕਦੋਂ ਦੀ ਖੜੀ ਰੋਈ ਜਾਂਦੀ ਹੈ ਕੁੜੀ ਵਿਚਾਰੀ। ਸੋ ਇਹ ਇੱਕ ਬਹੁਤ ਸੋਹਣੀ ਜੀ ਉਦਾਹਰਨ ਆ। ਆਈ ਥਿੰਕ ਜਿਹੜਾ ਮੈਂ ਸਵਾਲ ਪਹਿਲਾਂ ਪੁੱਛਿਆ ਸੀ ਸਮਰਿੱਧੀ ਕਿ ਐਕਚੁਅਲੀ ਇਹ ਜਿਹੜੀ ਚੀਜ਼ ਹੈਗੀ ਆ ਗਵਰਨਮੈਂਟ ਦੇ ਮੂੰਹ 'ਤੇ ਚਪੇੜ ਆ, ਦਿੱਲੀ ਦੀ ਕੁੜੀ ਪੰਜਾਬ ਦੇ ਵੀਰਾਂ ਦੇ ਲਈ ਇੱਦਾਂ ਰੋਈ ਜਾਂਦੀ ਆ ਖੜੀ ਹੋਈ। ਵੀਰੇ ਇਹ ਬਹੁਤ ਸੋਹਣਾ ਜਿਹਾ ਰਿਸ਼ਤਾ ਮਿਲਿਆ, ਔਰ ਕਹਿੰਦੇ ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨਾ, ਤੇ ਭੈਣਾਂ ਤੋਂ ਬਹੁਤ ਖਿੱਚਦੇ ਹੁੰਦੇ, ਸਪੈਸ਼ਲੀ ਜਦੋਂ ਛੋਟੀਆਂ ਹੋਣ। ਇਹ ਹੁਣ
ਹੋਰ ਤਰੀਕੇ ਨਾਲ ਖਿਜਾ ਰਹੀ ਆ। ਬਿਲਕੁਲ ਬਿਲਕੁਲ ਇਸ ਤੋਂ ਪਹਿਲਾਂ 2-3 ਵਾਰ ਆ ਚੁੱਕੀ ਹੈ ਇਹ। ਹਾਲਾਂਕਿ ਅਸੀਂ ਰੋਏ ਨਹੀਂ ਹੈਗੇ, ਇਹਦੀ ਵਜ੍ਹਾ ਨਾਲ ਜ਼ਰੂਰ ਰੋਏ ਆ। ਤੇ ਇੱਕ ਪਰਿਵਾਰਕ ਰਿਸ਼ਤਾ ਨੇ ਜਿਹੜਾ ਇੰਨਾ ਟੂਟ, ਅੱਜ ਵੀ ਅਸੀਂ ਘਰ ਜਾ ਕੇ ਆਏ ਜਿਹੜਾ ਬਕਾਇਦਾ ਇਹਨਾਂ ਨੇ ਖਾਣਾ ਬਣਾਇਆ ਸਾਡੇ ਵਾਸਤੇ, ਔਰ ਇੱਥੋਂ ਤੱਕ ਅੱਜ ਇਹਨਾਂ ਦਾ ਇੱਕ ਫੰਕਸ਼ਨ ਸੀਗਾ, ਅੱਜ ਇਹਨਾਂ ਨੇ ਲੜਕੀ ਦੀ ਮੈਰਿਜ ਤੇ ਜਾਣਾ ਸੀ, ਸਾਡੇ ਵਾਸਤੇ ਉਹ ਵੀ ਮਿਸ ਕੀਤੇ ਗਏ ਨਹੀਂ ਹੈਗੇ ਉੱਥੇ ਮਤਲਬ। ਹਾਂ, ਤੇ ਇਹ ਰਿਸ਼ਤੇ ਫਿਰ ਕੱਟ ਨਹੀਂ ਹੋ ਸਕਦੇ। ਸਮਰਿੱਧੀ, ਤੁਸੀਂ ਤਾਂ ਹੁਣ ਇਹ ਬੋਲਿਆ ਕਿ ਤੁਸੀਂ ਪੰਜਾਬ ਦੇ ਵਿੱਚ ਪੱਕਾ ਵਾਲਾ ਗੇੜਾ ਰੱਖਣਾ ਹੈ ਨਾ, ਫਿਰ ਉੱਥੇ ਹੁਣ ਕੀ ਕੀ ਪਸੰਦ ਆ, ਕੀ ਕੀ ਬਣਵਾਉਣਾ ਸਿਆਲ ਆ ਰਹੇ ਆ ਮੂਰੇ ਇਹਨਾਂ ਤੋਂ? कुछ भी नहीं बनवाऊंगी, मैं बना दूंगी। बना दोगे? जो भी कहेंगे मैं वो बना दूंगी। मैं बड़ा साग मक्की की रोटी बना दूंगी, मैंने सीख ली। ओ वाह। एक अच्छा वो आपने बताया था कि कौन से शब्द, एक तो ये आपको बहुत पसंद है ना, और कुछ इनसे भी सीख लोगे। एक भाइयों वाला होता है ना जो पंजाबी वाले भाई चढ़ाते हैं, वीरे भरा प्रधान ਵੀਰੇ ਭਰਾ ਪ੍ਰਧਾਨ। ਅੱਛਾ, ਇਹ ਹੋਰ ਵੀ ਬੜਾ ਬੋਲਦੇ ਹੁੰਦੇ ਆ, ਲਾਈਕ ਜੇ ਕੋਈ ਚੀਜ਼ ਬੜੀ ਪਸੰਦ ਆ ਜਾਵੇ ਉਹ ਸਿਰਾ ਆਤਾ ਉਹ ਸਿੱਖ ਲਿਆ ਸਾਰਾ ਕੁਝ। ਹਾਂ ਆਉਂਦਾ ਮੈਨੂੰ। ਸੋ ਸਮਰਿੱਧੀ, ਮੈਨੂੰ ਇਹਦੀ ਸਟੋਰੀ ਇਸ ਲਈ ਕਰਨੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਕੁੜੀ ਬਹੁਤ ਦੇਰ ਤੋਂ ਰੋ ਰਹੀ ਸੀ ਤੇ ਵੀਰੇ ਸੱਚੀ ਕਰੜੇ ਮਨ ਵਾਲੇ ਹਨਾ ਕੰਟਰੋਲ ਕਰ ਗਏ, ਪਰ ਇਹ ਫਾਈਨਲੀ ਇਹਨੇ ਸੋਚਿਆ ਸੀ ਕਿ ਮੈਂ ਆਪਣਾ ਮਨ ਕਰੜਾ ਰੱਖੂੰਗੀ, ਪਰ ਫਾਈਨਲੀ ਰੋ ਪਈ। ਔਰ ਮੈਂ ਇੱਥੇ ਆਪਣਾ ਮਨ ਕਰੜਾ ਰੱਖਿਆ ਕਿਉਂਕਿ ਮੈਂ ਇਦਾਂ ਦੀ ਇੰਟਰਵਿਊ ਕਰਦੀ ਰੋ ਪੈਂਦੀ ਹੁੰਦੀ ਆ। ਸੋ ਇਦਾਂ ਦੇ ਰਿਸ਼ਤੇ ਇਹ ਬਹੁਤ ਸੋਹਣੀਆਂ ਐਗਜ਼ਾਮਪਲਾਂ ਹੈ। ਮੇਰੇ ਕੋਲੇ ਐਕਚੁਅਲੀ ਅੱਜ ਪਹਿਲੀ ਵਾਰੀ ਆ ਕਿ ਕਲੋਜ਼ਿੰਗ ਕਰਨ ਦੇ ਲਈ ਮੈਨੂੰ ਸ਼ਬਦ ਸੁੱਝ ਨਹੀਂ ਰਹੇ, ਔਰ ਮੇਰਾ ਆਪਦਾ ਮਨ ਬਹੁਤ ਭਾਵੁਕ ਹੋ ਰਿਹਾ ਕਿ ਕਿੱਦਾਂ ਦੇ ਜਿਹੜੇ ਆ ਰਿਸ਼ਤੇ ਬਣ ਗਏ, ਕਿੰਨੀਆਂ ਸੋਹਣੀਆਂ ਐਗਜ਼ਾਮਪਲਾਂ। ਔਰ ਜਿੱਥੇ ਮੈਂ ਖੜੀ ਹੋਈ ਹਾਂ ਮੈਨੂੰ ਹੁਣ ਯਾਦ ਆ ਰਿਹਾ ਕਿ ਜਦੋਂ ਮੋਰਚੇ ਦੀ ਓਪਨਿੰਗ ਤੇ ਸਮਰਿੱਧੀ ਮੈਂ ਆਈ ਸੀ ਨਾ, ਇੱਕ ਕੂੜਾ ਚੁੱਕਣ ਵਾਲੀਆਂ ਹੁੰਦੀਆਂ ਨਾ ਔਰਤਾਂ, ਇੱਥੇ ਥੋੜੀ ਜਿਹੀ ਨਾਲ ਹੀ ਇੱਥੇ ਬਿਲਕੁਲ ਉਹ ਸੀਗੀਆਂ। ਔਰ ਮੈਨੂੰ ਯਾਦ ਹੈ ਕਿ ਮੈਂ ਜਦੋਂ ਉਹਨਾਂ ਨੂੰ ਪੁੱਛ ਰਹੀ ਸੀ ਕਿ ਤੁਹਾਨੂੰ ਡਰ ਨਹੀਂ ਲੱਗਦਾ, ਤੇ ਉਹਨਾਂ ਨੇ ਕਿਹਾ ਕਿ ਨਹੀਂ, ਸਾਨੂੰ ਬੇਫਿਕਰੀ ਹੋਈ ਪਈ ਆ, ਔਰ ਬਹੁਤ ਬੇਫਿਕਰੀ ਨਾਲ। ਔਰ ਉਹਨਾਂ ਨੇ ਅਰਦਾਸਾਂ ਕੀਤੀਆਂ ਸੀ ਕਿ ਇਹ ਚੜ੍ਹਦੀ ਕਲਾ ਦੇ ਨਾਲ ਜਿੱਤ ਕੇ ਜਾਣ, ਭਾਵੇਂ 2 ਸਾਲਾਂ ਨੂੰ ਚਲੇ ਜਾਣ। ਸੋ ਮੈਨੂੰ ਕੁਝ ਉੱਦਾਂ ਦੀਆਂ ਦੁਆਵਾਂ ਲੱਗਦੀਆਂ। ਮੈਂ ਇੱਥੇ ਕਲੋਜ਼ ਕਰਦੀ ਹਾਂ, ਪਰ ਸਮਰਿੱਧੀ ਲਾਡੋ ਦੇ ਰੂਪ ਦੇ ਵਿੱਚ ਇਹਨੂੰ ਤੁਸੀਂ ਸਾਰੇ ਜਾਣਦੇ ਆ, ਸਾਡੇ ਬਾਪੂਆਂ ਦੀ ਲਾਡੋ, ਹੁਣ ਵੀਰੇ ਹੁਣਾਂ ਦੀ ਵੀ ਲਾਡੋ ਬਣ ਚੁੱਕੀ ਆ। ਸੋ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਿਸ ਤਰੀਕੇ ਨਾਲ ਲੋਕਾਂ ਦੇ ਮਨ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਨਫ਼ਰਤਾਂ ਬੀਜੀਆਂ ਸੀ, ਇਦਾਂ ਦੇ ਹੰਝੂਆਂ ਨਾਲ ਸਭ ਕੁਝ ਧੋਤਾ ਗਿਆ। ਔਰ ਅਸੀਂ ਦੁਆ ਕਰਦੇ ਹਾਂ ਕਿ ਸਰਕਾਰਾਂ ਦੁਬਾਰਾ ਤੋਂ ਇਦਾਂ ਦੀ ਕੋਈ ਵੀ ਜ਼ਹਿਰ ਬੀਜਣ ਦੇ ਵਿੱਚ ਕਾਮਯਾਬ ਨਾ ਹੋਣ। ਸ਼ਾਲਾ ਇਹ ਰਿਸ਼ਤੇ ਜਿਹੜੇ ਆ ਤਾਉਮਰ ਇਦਾਂ ਹੀ ਨਿਭਦੇ ਰਹਿਣ। ਪੰਜਾਬੀ ਜਿਹੜੇ ਆ ਆਮ ਤੌਰ 'ਤੇ ਏਅਰਪੋਰਟਾਂ ਦੇ ਲਈ ਜਾਣ ਦੇ ਲਈ, ਦਿੱਲੀ ਤੋਂ ਬਾਹਰ ਜਾਣ ਦੇ ਲਈ, ਵਿਦੇਸ਼ਾਂ ਜਾਣ ਦੇ ਲਈ ਦਿੱਲੀ ਦੇ ਵਿੱਚ ਆਉਂਦੇ ਆ। ਸੋ ਹੁਣ ਉਮੀਦ ਹੈ ਕਿ ਜਿਸ ਤਰ੍ਹਾਂ ਪੰਜਾਬ ਤੇ ਹਰਿਆਣੇ ਦੀਆਂ ਬੱਸਾਂ ਦੇ ਵਿੱਚ ਹੁਣ ਇੱਕ ਦੂਜੇ ਦੇ ਵਿਆਹਾਂ ਤੇ ਰਿਸ਼ਤੇਦਾਰੀਆਂ ਦੇ ਵਿੱਚ ਜਾਣ ਦੇ ਲਈ ਗੇੜੇ ਵੱਜਣਗੇ, ਹੁਣ ਦਿੱਲੀ ਤੇ ਪੰਜਾਬ ਦੇ ਗੇੜੇ ਲੋਕਾਂ ਦੇ ਆਪਸ ਵਿੱਚ ਬਹੁਤ ਵਧਣ ਵਾਲੇ ਆ। ਸੋ ਇਹਨਾਂ ਚੀਜ਼ਾਂ ਦੇ ਨਾਲ ਹੋਰ ਬਹੁਤ ਸਾਰੀਆਂ ਕਹਾਣੀਆਂ, ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਭਾਵੁਕ ਤਸਵੀਰਾਂ ਜਿਹੜੀਆਂ ਮੈਂ ਸਿੰਘੂ ਬਾਰਡਰ ਤੋਂ ਤੁਹਾਡੇ ਰੂਬਰੂ ਕਰਦੀ ਰਹੂੰਗੀ। ਉਦੋਂ ਤੱਕ ਦੇ ਲਈ ਦਿਓ ਇਜਾਜ਼ਤ। ਸ਼ੁਕਰੀਆ।